ਤਾਂ ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੀਆਂ ਜਿੱਥੇ ਕਿ ਕਾਫੀ ਭੀਸ਼ਣ ਅੱਗ ਲੱਗੀ ਸੀਗੀ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਤੁਸੀਂ ਦੇਖ ਸਕਦੇ ਹੋ ਟਰਾਂਸਫਾਰਮਰ ਜਿੱਥੇ ਕਿ ਤਕਨੀਕੀ ਕਾਰਨਾਂ ਕਰਕੇ ਅੱਗ ਲੱਗਣ ਦਾ ਜਿਹੜਾ ਦੱਸਿਆ ਜਾ ਰਿਹਾ ਵੀ ਇੱਥੇ ਤਕਨੀਕੀ ਕਾਰਨ ਕਰਕੇ ਅੱਗ ਲੱਗੀ ਸੀ ਔਰ ਤੇਲ ਹੋਣ ਕਰਕੇ ਜ਼ਿਆਦਾ ਜਿਹੜੀ ਮੁਸ਼ੱਕਤ ਕਰਨੀ ਪਈ ਹੈ ਦਮਕਲ ਵਿਭਾਗ ਨੂੰ। ਤਾਂ ਮੌਕੇ ਤੇ ਪਹਿਲਾਂ ਮੰਤਰੀ ਹਰਭਜਨ ਸਿੰਘ ਈਟੂ ਵੀ ਪਹੁੰਚੇ ਸੀਗੇ, ਤਾਂ ਹੁਣ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਇੰਦਰਬੀਰ ਸਿੰਘ ਬੁਲਾਰੀ ਪਹੁੰਚੇ ਨੇ। ਗੱਲਬਾਤ ਕਰ ਲੈਂਦੇ ਹਾਂ। ਬੁਲਾਰੀ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜੀ ਜਿਹੜਾ ਇੱਥੇ ਅੱਗ ਦੇਣ ਦੀ ਘਟਨਾ ਹੋਈ ਹੈ? हाँ जी, बड़ी दुखांत वाली गल है। और मैनू पता लगा सी, मैं जलंधर सीगा, मैनू पता लगा कि इस तरीके अज साडे शहर दे विच इक्को एक हस्पताल है जिहड़ा साडा गुरु नानक देव हॉस्पिटल, इत्थे आके हादसा होया। सो मैं कांग्रेस पार्टी वालों अज इत्थे पहुँच के मौके का जायज़ा लिया और मैं इन्हां नूं शाबाश देना सारे महकमे नूं कि इन्हां ने समय रहिंदे होए इहदे उत्ते काबू पाया। और जिहड़ियां भी कोई कमियां रहिंदियां ने इत्थे इन्हां उत्ते सरकार नूं विचार करना चाहिए। और जे इत्थे ट्रांसफार्मर च कोई लीक हुई आ या इहो जिहा हादसा गां ना होवे, इहनूं भी ध्यान च रखदे होए बाकी शहर दे विच होर भी जे किसी थां दे उत्ते इदां ट्रांसफार्मर पे ने या कोई तारां दी कोई कमी है उहनूं चैक करके दुरुस्त करना चाहिए। काफ़ी ਵੱਡਾ हॉस्पिटल है गुरु नानक हॉस्पिटल, काफ़ी दूरों नेड़े भी मरीज़ ਇੱਥੇ ਪਹੁੰਚਦੇ ਨੇ। ਤਾਂ ਸਮਾਂ ਰਹਿੰਦੇ ਜਿੰਨੇ ਵੀ ਜਿਹੜੇ ਨਾਲ ਵਾਰਡ ਲੱਗਦੇ ਸੀਗੇ ਉਹਨਾਂ ਨੂੰ ਖਾਲੀ ਕਰਵਾ ਲਿਆ ਗਿਆ ਤਾਂ ਕਰਕੇ ਜਿਹੜੀ ਇਹ ਕੈਜੂਅਲਟੀ ਨਹੀਂ ਹੋਈ। हाँ, मैं कहना चंगी गल आ। साडे जिहड़े इत्थों दा इंचार्ज ने सारे मुस्तैदी नाल उन्होंने काम किया, चंगी गल आ। जिहड़ा भी कोई काम चंगा होवे उहदी सराहना करनी चाहिए है। और तां ही मैं कह रहा कि मैं फायर डिपार्टमेंट नूं भी इस गल की शाबाशी देना कि इन्हां ने समय रहिंदे होए एक वड्डे हादसे नूं घटन तो रोकिया। और जिथे ਇਹ ਗੱਲ ਹੈ ਵੀ ਇਹ ਹਾਦਸਾ ਦੇ ਉੱਤੇ ਕਾਬੂ ਪਾਇਆ ਗਿਆ, ਉੱਥੇ ਇਹ ਵੇਖਣ ਦੀ ਲੋੜ ਆ ਕਿ ਗਾਂ ਇਹੋ ਜਿਹੇ ਹਾਦਸੇ ਹੋਰ ਸਰਕਾਰੀ ਬਿਲਡਿੰਗਾਂ 'ਚ ਜਾਂ ਪ੍ਰਾਈਵੇਟ ਬਿਲਡਿੰਗਾਂ 'ਚ ਨਾ ਹੋਣ, ਉਹਨਾਂ ਉੱਤੇ ਗੌਰ ਕਰਨ ਦੀ ਲੋੜ ਆ। ਸਰਕਾਰ ਨੇ ਜਾਂਚ ਦੇ ਆਦੇਸ਼ ਵੀ ਦਿੱਤੇ ਨੇ ਵੀ ਕਿਸ ਤਰ੍ਹਾਂ ਇਹਦੇ ਕਾਰਨ ਪਤਾ ਲੱਗਣ ਵੀ ਕਿਸ ਤਰ੍ਹਾਂ। ਮੈਂ ਤਾਂ ਕਹਿ ਰਿਹਾ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਮੈਂ ਔਰ ਇਕੱਲੀ ਇਸ ਜਗ੍ਹਾ ਦੀ ਨਹੀਂ ਬਾਕੀ ਥਾਵਾਂ ਉੱਤੇ ਵੀ ਸਾਨੂੰ ਝਾਤੀ ਮਾਰ ਲੈਣੀ ਚਾਹੀਦੀ ਆ, ਕਿਉਂਕਿ ਗਰਮੀ ਤਾਪਮਾਨ ਅੱਗੇ ਆਉਣ ਵਾਲੇ ਦਿਨਾਂ 'ਚ ਕਾਫੀ ਵਧਣਾ। ਔਰ ਇਹੋ ਜਿਹੇ ਮੌਸਮ ਦੇ ਵਿੱਚ ਸਾਨੂੰ ਹੋਰ ਮੁਸਤੈਦ ਹੋਣ ਦੀ ਲੋੜ ਆ। ਔਰ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਆ ਕਿ ਇਹ ਗੱਲ ਹੋਰ ਵੱਧ ਸਕਦੀ ਸੀਗੀ। ਔਰ ਸਾਡੇ ਇੱਥੇ ਇੱਕ ਸਾਡੀ ਲਾਈਫਲਾਈਨ ਹੈਗੀ ਆ ਗੁਰੂ ਨਾਨਕ ਦੇਵ ਹਸਪੀਟਲ। ਔਰ ਸਾਡੇ ਇੱਥੇ ਸਾਰੇ ਲੋਕ ਕਿੰਨੇ ਵੱਡੀ ਤਾਦਾਦ ਦੇ ਵਿੱਚ ਮਰੀਜ਼ ਵੀ ਨੇ। ਔਰ ਸਾਡੇ ਵੇਖਣ 'ਚ ਵੀ ਆਇਆ ਵੀ ਦਿੱਲੀ 'ਚ ਕਿੰਨਾ ਵੱਡਾ ਹਾਦਸਾ ਹੋ ਗਿਆ। ਔਰ ਉਹੋ ਜਿਹਾ ਹਾਦਸਾ ਇੱਥੇ ਨਹੀਂ ਹੋਇਆ। ਮੈਂ ਸੱਚੇ ਪਾਤਸ਼ਾਹ ਅੱਗੇ ਧੰਨਵਾਦੀ ਹਾਂ ਕਿ ਸਾਰੇ ਮਹਿਕਮੇ ਨੇ ਧਿਆਨ ਕਰਦੇ ਹੋਏ ਇਸ ਗੱਲ ਦਾ ਬਚਾਅ ਕਰ ਲਿਆ। ਸਿਆਸੀ ਸਵਾਲ ਪੁੱਛਣਾ ਚਾਹਾਂਗਾ ਜੀ, 2 ਮਹੀਨੇ ਹੋ ਗਏ ਸਰਕਾਰ ਨੂੰ, ਆਮ ਆਦਮੀ ਪਾਰਟੀ ਨੂੰ, ਕਿਸ ਤਰ੍ਹਾਂ ਦੇਖਦੇ ਹੋ? ਹਜੇ ਕੰਮ ਕਰਨ, ਆਮ ਆਦਮੀ ਪਾਰਟੀ ਹਜੇ ਕੰਮ ਕਰੇ। ਮੈਂ ਕਹਿੰਦਾ ਵੀ 100 ਦਿਨ ਦਾ ਸਮਾਂ ਇਹਨਾਂ ਨੂੰ ਦੇਣਾ ਚਾਹੀਦਾ। ਉਹਦੇ ਬਾਅਦ ਫਿਰ ਟਿੱਪਾ ਟਿੱਪਣੀ ਜਿਹੜੀ ਆ ਇਹਨਾਂ ਨੂੰ ਕਟਘਰੇ 'ਚ ਖੜਾ ਕਰਨਾ, ਉਹ ਕਾਂਗਰਸ ਪਾਰਟੀ ਆਪਣਾ ਪੂਰਾ ਕੰਮ ਕਰੇਗੀ। 100 ਦਿਨ ਅਸੀਂ ਇਹਨਾਂ ਨੂੰ ਦੇਣਾ ਚਾਹੁੰਦੇ ਹਾਂ ਇਹ ਕਰਨ। ਬਾਕੀ ਜੋ 45-50 ਦਿਨ 'ਚ ਜੋ ਕਰ ਲਿਆ ਉਹਦੇ ਬਾਰੇ ਲੋਕ ਵੇਖ ਰਹੇ ਨੇ। ਉਹ ਲੋਕ ਕਟਘਰੇ 'ਚ ਇਹਨਾਂ ਨੂੰ ਲੋਕਾਂ ਨੇ ਖੜਾ ਕਰਨਾ ਸ਼ੁਰੂ ਕਰ ਦਿੱਤਾ। ਪਰ ਕਿਉਂਕਿ ਮੈਂ ਪਾਰਟੀ ਦੇ ਅਹੁਦੇਦਾਰ ਦੇ ਵਜੋਂ ਮੈਂ ਚਾਹੁੰਦਾ ਕਿ ਹਜੇ ਸਾਨੂੰ 100 ਦਿਨ ਇਹਨਾਂ ਨੂੰ ਦੇਣੇ ਚਾਹੀਦੇ ਆ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਨੇ ਇਹਨਾਂ ਨੂੰ ਬੜਾ ਵੱਡਾ ਫਤਵਾ ਦਿੱਤਾ। ਔਰ ਇੰਨੇ ਵੱਡੇ ਫਤਵੇ ਦੇ ਵਿੱਚ ਫਿਰ ਸਾਨੂੰ ਕੁਝ ਸਮਾਂ ਦੇਣਾ ਚਾਹੀਦਾ ਇਹਨਾਂ ਨੂੰ। ਬਿਜਲੀ ਦੀ ਕਿੱਲਤ ਜੋ ਹੋ ਰਹੀ ਹੈ, ਗਰਮੀ ਕਾਫੀ ਜ਼ਿਆਦਾ ਵੱਧ ਚੁੱਕੀ ਔਰ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਨੇ, ਉਹਨੂੰ ਕਿਸ ਤਰ੍ਹਾਂ ਦੇਖਦੇ? ਉਹਦੇ ਤੁਹਾਡੇ ਸਾਹਮਣੇ ਆ। ਮੈਂ ਤਾਂ ਕਹਿ ਰਿਹਾ ਆਵਾਮ ਵੇਖ ਰਹੀ ਆ, ਆਵਾਮ ਇੱਕ ਚੀਜ਼ ਵੇਖ ਰਹੀ ਆ। ਜੋ ਫੈਸਲੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਕੀਤੇ ਸੀਗੇ, ਉਹਨਾਂ ਫੈਸਲਿਆਂ ਨੂੰ ਵੀ ਇਹਨਾਂ ਨੇ ਕਈ ਫੈਸਲਿਆਂ ਨੂੰ ਪਲਟ ਕੇ ਅੱਜ ਬਿਜਲੀ ਦੇ ਰੇਟਾਂ ਦੇ ਵਿੱਚ ਉੱਪਰ ਥੱਲੇ ਕਰ ਦਿੱਤਾ। ਫਿਰ ਬੱਤੀ ਦੇ ਵੀ ਨਹੀਂ ਪਾ ਰਹੇ। ਜਾਂ ਤੇ ਹੋਏ ਨਾ ਕਿ ਮੁਫਤ ਦੇਣੀ ਤੇ ਦੂਰ ਆ, ਇਹ ਤੇ ਪੈਸੇ ਖਰਚ ਕਰਕੇ ਵੀ ਨਹੀਂ ਬੱਤੀ ਆ ਰਹੀ। ਪਰ ਫਿਰ ਵੀ ਮੈਂ ਚਾਹੁੰਦਾ ਨਹੀਂ ਆ ਕਿ ਇਹਨਾਂ ਦੇ ਬਾਰੇ ਹਜੇ ਕੋਈ ਗੱਲ ਕਰੀਏ। ਹਜੇ ਇਹਨਾਂ ਨੂੰ 100 ਦਿਨ ਦੀ 100 ਦਿਨ ਬਾਅਦ ਇਹਨਾਂ ਨਾਲ ਗੱਲ ਕਰਾਂਗੇ। ਸੁਨੀਲ ਜਾਖੜ ਕਾਫੀ ਵੱਡਾ ਚਿਹਰਾ ਸੀਗੇ, ਅੱਜ ਕਾਂਗਰਸ ਨੂੰ ਅਲਵਿਦਾ ਕੇ। ਉਹ ਜਾਖੜ ਸਾਹਿਬ ਦਾ ਆਪਣਾ ਨਿੱਜੀ ਸੀਗਾ, ਉਹਨਾਂ ਦੇ ਮਨ ਦੇ ਵਿੱਚ ਕਈ ਗੱਲਾਂ ਸੀਗੀਆਂ। ਚੰਗੇ ਲੀਡਰ ਸਨ, ਪਰ ਜੇ ਅੱਜ ਪਾਰਟੀ ਨੂੰ ਅਲਵਿਦਾ ਕਹਿ ਗਏ ਨੇ ਤੇ ਮੈਂ ਸਮਝਦਾ ਕਿ ਇਹ ਉਹਨਾਂ ਦਾ ਇੱਕ ਨਿੱਜੀ ਮੈਟਰ ਆ। ਔਰ ਕਾਂਗਰਸ ਪਾਰਟੀ ਇੱਕ ਬਹੁਤ ਵਿਸ਼ਾਲ ਸਮੁੰਦਰ ਆ। ਇਸ ਸਮੁੰਦਰ ਦੇ ਵਿੱਚ ਹਰ ਕਿਸੇ ਨੇ ਆਪਣੀ ਆਪਣੀ ਥਾਂ ਤਲਾਸ਼ਣੀ ਹੈ ਔਰ ਆਪਣੀ ਆਪਣੀ ਥਾਂ ਬਣਾਉਣੀ ਹੈ ਔਰ ਸੇਵਾ ਕਰਨ ਦਾ ਮੌਕਾ ਹਰ ਕਿਸੇ ਨੂੰ ਮਿਲਦਾ ਹੈ। ਪਰ ਜੇ ਕੋਈ ਚਲਾ ਜਾਂਦਾ ਹੈ ਤੇ ਇਸ ਸਮੁੰਦਰ ਨੂੰ ਕੋਈ ਜ਼ਿਆਦਾ ਫਰਕ ਵੀ ਨਹੀਂ ਪੈਣਾ। 8000 ਕਰੋੜ ਦਾ ਕਰਜ਼ ਲੈ ਚੁੱਕੀ ਸਰਕਾਰ 2 ਮਹੀਨਿਆਂ ਵਿੱਚ, ਕਹਿ ਰਹੇ ਸੀ ਵੀ ਕਰਜ਼ਾ ਘਟਾਵਾਂਗੇ।
ਇਹ ਤੁਹਾਡੇ ਸਾਹਮਣੇ ਆ। ਇਹ ਤੇ ਕਹਿੰਦੀ ਸੀ ਕਿ ਅਸੀਂ ਪਤਾ ਨਹੀਂ ਫਿਗਰਸ ਬੜੇ ਦਿੰਦੇ ਸੀ ਕਿ 25,000 ਕਰੋੜ ਰੇਤਾ ਚੋਂ ਕੱਢ ਦੇਣਾ ਹੈ, ਔਰ ਮੇਰਾ ਖਿਆਲ ਆ ਐਕਸਾਈਜ਼ ਵਿੱਚੋਂ ਕੋਈ ਪਤਾ ਨਹੀਂ 50,000 ਕਰੋੜ ਕੱਢ ਦੇਣਾ। ਇਹ ਸ਼ੇਖ ਚਿੱਲੀਆਂ ਦੇ ਖਾਬ ਨੇ। ਮੈਂ ਕੁਝ ਇਹਦੇ ਵਿੱਚ ਜਾਣਾ ਨਹੀਂ ਚਾਹੁੰਦਾ। ਮੈਂ ਚਾਹੁੰਦਾ ਕਿ ਇਹਨਾਂ ਨੂੰ 100 ਦਿਨ ਦਈਏ, ਫਿਰ ਬੜੇ ਆਰਾਮ ਦੇ ਨਾਲ ਅਸੀਂ ਆਪਣੇ ਅੰਕੜਿਆਂ ਨਾਲ ਬਵਾਂਗੇ। ਇਹਨਾਂ ਨੇ ਵੀ ਜੋ ਕੰਮ ਕੀਤਾ ਫਿਰ ਉਹਦੇ ਉੱਤੇ ਵੀ ਗੱਲ ਕਰਾਂਗੇ। ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਲਾਈ ਹੈ। ਸੰਗਰੂਰ ਲੋਕ ਸਭਾ ਦੀ ਬਾਈ ਇਲੈਕਸ਼ਨ ਆਉਣ ਵਾਲੀ ਹੈ ਜੀ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਸੰਗਰੂਰ ਦੀ ਜਿਹੜੀ ਬਾਈ ਇਲੈਕਸ਼ਨ ਆ ਰਹੀ ਹੈ ਉਹਦੇ ਲਈ ਪਾਰਟੀ ਸੰਜੀਦਾ ਹੈ। ਪਾਰਟੀ ਨੇ ਮੇਰੀ ਜ਼ਿੰਮੇਵਾਰੀ ਲਈ ਹੈ। ਬਤੌਰ ਉਪ ਪ੍ਰਧਾਨ ਮੈਨੂੰ 5 ਜ਼ਿਲ੍ਹੇ ਮਿਲੇ ਨੇ, ਉਹਨਾਂ 'ਚੋਂ ਇੱਕ ਜ਼ਿਲ੍ਹਾ ਸੰਗਰੂਰ ਵੀ ਆ, ਔਰ ਸੰਗਰੂਰ ਮਹੱਤਵਪੂਰਨ ਇਸ ਕਰਕੇ ਬਣ ਜਾਂਦਾ ਕਿਉਂਕਿ ਉੱਥੇ ਬਾਈ ਇਲੈਕਸ਼ਨ ਆ ਰਹੀ ਹੈ, ਔਰ ਅਸੀਂ ਸਾਰੇ ਰਲ ਮਿਲ ਕੇ ਉੱਥੇ ਕੰਮ ਸ਼ੁਰੂ ਕਰਾਂਗੇ ਔਰ ਪਾਰਟੀ ਦੇ ਕੰਮ ਦੇ ਲਈ ਪੂਰਾ ਜ਼ੋਰ ਲਾਵਾਂਗੇ, ਔਰ ਅੱਗੇ ਹਾਰ ਜਿੱਤ ਦਾ ਫੈਸਲਾ ਸੱਚੇ ਪਾਤਸ਼ਾਹ ਨੇ ਕਰਨਾ ਹੈ। ਪਰ ਮੌਜੂਦਾ ਸੀਐਮ ਸੀਗੇ ਸੰਗਰੂਰ ਦੇ ਹੀ ਸਾਂਸਦ, ਤੇ ਉਹਨਾਂ ਨੇ ਸੀਟ ਖਾਲੀ ਕੀਤੀ। ਕਿਆ ਸਮਝਦੇ ਹੋ ਕਾਂਗਰਸ ਕੁਝ ਕਰ ਪਾਏਗੀ ਇੱਥੇ? ਕਾਂਗਰਸ ਬਹੁਤ ਕੁਝ ਕਰੇਗੀ। ਕਾਂਗਰਸ ਬਹੁਤ ਕੁਝ ਕਰੇਗੀ। ਜਦ ਤੱਕ ਸੰਗਰੂਰ ਬਾਈ ਇਲੈਕਸ਼ਨ ਆਣੀ ਹੈ ਨਾ, ਅੱਜ ਤੇ ਹਜੇ 50 ਦਿਨ ਹੋਏ ਨੇ, ਜਦ ਤੱਕ ਸੰਗਰੂਰ ਬਾਈ ਇਲੈਕਸ਼ਨ ਆਣੀ ਤਦ ਤੱਕ ਲਗਭਗ 150 ਦਿਨ ਹੋ ਗਏ ਹੋਣੇ ਆ। ਤੇ ਜਦੋਂ 150 ਦਿਨ 50 ਦਿਨਾਂ 'ਚ ਜੋ ਹਾਲਾਤ ਨੇ, 150 'ਚ ਜੋ ਹਾਲਾਤ ਪਹੁੰਚਣਗੇ ਉਹ ਤੁਸੀਂ ਆਪ ਸਿਆਣੇ ਹੋ ਕਿੱਥੋਂ ਤੱਕ ਪਹੁੰਚ ਜਾਣੇ ਨੇ। ਤੇ ਵਾਅਦੇ ਬੜੇ ਵੱਡੇ ਵੱਡੇ ਨੇ, ਵੇਖਦੇ ਆ ਕਿੰਨੇ ਕੁ ਪੂਰੇ ਹੁੰਦੇ ਆ। ਗੁਰੂ ਨਾਨਕ ਦੇਵ ਹਸਪੀਟਲ 'ਚ ਇੱਕ ਹਾਦਸਾ ਵਾਪਰਿਆ, ਕੁਦਰਤੀ ਕੋਈ ਸ਼ਾਰਟੇਜ ਕਰਕੇ ਬਿਜਲੀ ਦੀ, ਔਰ ਅੱਗ ਬਹੁਤ ਭਿਆਨਕ ਲੱਗੀ। ਤੇਲ ਸੀ ਜਿਹੜਾ ਟਰਾਂਸਫਾਰਮਰ ਦਾ, ਉਹਨੂੰ ਵੀ ਅੱਗ ਲੱਗੀ। ਔਰ ਖੁਸ਼ਕਿਸਮਤੀ ਇਹ ਕਹਿ ਸਕਦੇ ਆ ਕਿ ਇਸ ਬੰਨੇ ਕੋਈ ਵੀ ਉੱਪਰ ਵਾਰਡ ਨਹੀਂ ਸੀ, ਔਰ ਕੋਈ ਵੀ, ਕਿਉਂਕਿ ਇਸ ਸਾਈਡ ਤੇ OPD ਹੈ। ਔਰ ਕੁਦਰਤੀ ਗੱਲ ਹੈ ਕਿ ਉਸ ਸਮੇਂ ਪ੍ਰਿੰਸੀਪਲ ਵੀ ਇੱਥੇ, ਸਾਰਾ ਸਟਾਫ ਹੀ ਇੱਥੇ ਸੀ ਕਿਸੇ ਇੱਕ ਮੀਟਿੰਗ ਦੇ ਕਾਰਨ, ਔਰ ਉਹ ਸਮੇਂ ਸਿਰ ਹਰ ਚੀਜ਼ ਪਹੁੰਚ ਗਈ ਔਰ ਕਾਬੂ ਪਾਇਆ ਗਿਆ। ਔਰ ਇਹਦੇ ਵਾਸਤੇ ਸਾਡਾ ਜਿਹੜਾ ਸਟਾਫ ਹੈ ਇੱਥੋਂ ਦਾ, ਮੈਡੀਕਲ ਕਾਲਜ ਦਾ ਕਹਿ ਲਈਏ, ਉਹਨਾਂ ਨੇ ਬਿਹਤਰੀਨ ਕੰਮ ਕੀਤਾ ਔਰ ਸਮੇਂ ਸਿਰ ਇਹਨੂੰ ਸਾਂਭ ਲਿਆ ਗਿਆ। ਕਮੀ ਤੇ ਲੱਗੂ ਕਿਤੇ ਨਾ ਕਿਤੇ, ਕਮੀ ਤੇ ਹੈਗੀ ਸੀ। ਕਮੀ ਇੱਥੇ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਦੋਂ ਵੀ ਹਸਪੀਟਲ ਬਣਨਾ ਸ਼ੁਰੂ ਹੋਇਆ ਨਾ, ਅਸੀਂ ਜਦੋਂ ਅੱਜ ਕੋਈ ਬਿਲਡਿੰਗ ਨਵੀਂ ਬਣਦੀ ਹੈ ਜਾਂ ਨਵਾਂ ਜਿਵੇਂ ਕੈਂਸਰ ਦਾ ਇੰਸਟੀਚਿਊਟ ਆ ਗਿਆ, ਟਰਾਮਾ ਸੈਂਟਰ ਆ ਰਿਹਾ, ਵਾਰਡ ਬਣ ਗਈਆਂ ਜਾਂ ਹੋਸਟਲ ਬਣ ਗਏ, ਉਸ ਮੁਤਾਬਕ ਪਿਛਲੀ ਜਿਹੜੀ ਇਲੈਕਟ੍ਰਿਸਿਟੀ ਹੈ, ਪਿਛਲਾ ਜਿਹੜਾ ਸੀਵਰੇਜ ਹੈ, ਪਿਛਲਾ ਜਿਹੜਾ ਵਾਟਰ ਸਪਲਾਈ ਹੈ, ਉਹਦੇ 'ਚ ਵਾਧਾ ਨਹੀਂ ਕੀਤਾ ਜਾਂਦਾ। ਉਸੇ ਦੇ ਨਾਲ ਹੀ ਉਹਨੂੰ ਟਾਈਮ ਬੀਂਗ ਜੋੜਿਆ ਜਾਂਦਾ। ਇਹ ਪਿਛਲੀਆਂ ਦਿਸ਼ਾ ਦੀਆਂ ਮੀਟਿੰਗਾਂ 'ਚ ਵੀ ਮੈਂ ਇਹ ਗੱਲ ਨੂੰ ਉਭਾਰਿਆ ਸੀ ਔਰ ਬਾਰ-ਬਾਰ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਇਹਦਾ ਇੱਕ ਪਲਾਨ ਬਣਾਓ, ਸੇਫਟੀ ਪਲਾਨ ਹੋਣਾ ਚਾਹੀਦਾ। ਹੁਣ ਸਾਨੂੰ ਪਤਾ ਕਿ ਇੰਨਾ ਲੋਡ ਹੈ, ਹੁਣ ਕਈ ਵਾਰਡ ਨੇ ਉਹਨਾਂ ਦੇ ਥੱਲੇ ਟਰਾਂਸਫਾਰਮ ਕੰਮ ਕਰਨ ਦੇ ਨੇ, ਉਹ ਬਾਰ-ਬਾਰ ਇਹਨਾਂ ਨੂੰ ਉਦੋਂ ਵੀ ਲਿਖਿਆ ਗਿਆ। ਔਰ ਇਹ ਡਿਪਾਰਟਮੈਂਟ ਨੂੰ ਸਪੈਸ਼ਲ, ਮੈਂ ਖਾਸ ਕਰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਦੇ 'ਤੇ ਸਪੈਸ਼ਲ ਤਵੱਜੋ ਦਿਓ। ਇਹ ਜਿਹੜਾ ਹਸਪੀਟਲ ਹੈ, ਇਹ ਸਾਡਾ ਮਾਝੇ ਦਾ ਕਹਿ ਸਕਦੇ ਕਿ ਇੱਕ ਨਾਮਵਰ ਹਸਪੀਟਲ ਹੈ। ਔਰ ਸਭ ਤੋਂ ਮੁਸ਼ਕਲ ਦੀ ਗੱਲ ਇਹ ਹੈ ਕਿ ਇੱਥੇ ਜਿੰਨਾ ਵੀ ਕੁਝ ਹੋ ਰਿਹਾ ਵਾ ਉਹ ਅਪ ਟੂ ਦਾ ਮਾਰਕ ਨਹੀਂ ਹੈਗਾ। ਔਰ ਆਹ ਜਿਹੜਾ ਘਟਨਾ ਵਾਪਰੀ, ਇਹ ਤੋਂ ਸਬਕ ਲੈਣ ਦੀ ਲੋੜ ਹੈ। ਇੱਥੇ ਬਿਜਲੀ ਦਾ ਇੱਕ ਨਵਾਂ, ਤੁਸੀਂ ਕਿਸੇ ਵੀ ਚੀਫ ਨੂੰ ਭੇਜ ਕੇ ਇੱਕ ਨਵਾਂ ਇਹਦਾ DPR ਬਣਾਓ ਵੀ ਕਿੰਨਾ ਇਹਦੇ 'ਚ ਲੋਡ ਹੈ, ਕਿੰਨਾ 30 ਸਾਲਾਂ ਨੂੰ ਲੋਡ ਹੋ ਸਕਦਾ, ਕਿਉਂਕਿ ਹੋਰ ਬੜੀਆਂ ਚੀਜ਼ਾਂ ਨਵੀਆਂ ਇਹਦੇ 'ਚ ਐਡ ਹੋਣ ਵਾਲੀਆਂ ਨੇ ਆਉਣ ਵਾਲੇ ਸਮੇਂ 'ਚ। ਕੇਂਦਰ ਦੇ ਸਾਡੇ ਕਈ ਪ੍ਰੋਜੈਕਟ ਨੇ, ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸਾਂਗੇ। ਉਹ ਸਾਰਿਆਂ ਦਾ ਲੋਡ ਇੱਥੇ ਪੈਣਾ ਹੈ, ਸੀਵਰੇਜ ਦਾ ਲੋਡ ਇੱਥੇ ਪੈਣਾ ਹੈ, ਵਾਟਰ ਸਪਲਾਈ ਦਾ ਲੋਡ ਇੱਥੇ ਪੈਣਾ। ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਸਰਕਾਰ ਇਹਦੇ ਵੱਲ ਧਿਆਨ ਦਿੰਦੇ ਹੋਏ ਇਹਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਬਣ ਤੇ ਰਿਹਾ ਆ, ਪਰ ਉਹਦਾ ਜਿਹੜਾ ਲੋਡ ਹੈ ਉਹ ਕਿੱਦਾਂ ਅੱਗੇ ਚੱਲਣਾ ਹੈ, ਉਹਦੇ ਵੱਲ ਨਵੇਂ ਪ੍ਰੋਜੈਕਟ ਬਣਾਵੇ। ਔਰ ਨਵੇਂ ਸਿਰਿਓਂ ਜਿੰਨੇ ਟਰਾਂਸਫਾਰਮਰ ਵਾਰਡਾਂ ਦੇ ਥੱਲੇ ਨੇ, ਜਿੰਨੇ ਕੋਈ ਸੀਵਰੇਜ ਬਿਲਡਿੰਗਾਂ ਦੇ ਬਿਲਕੁਲ ਕੋਈ ਸਾਈਡ ਤੇ ਵਗ ਰਿਹਾ, ਕੋਈ ਸੱਜੇ ਕੋਈ ਖੱਬੇ, ਉਹਨਾਂ ਸਾਰਿਆਂ ਨੂੰ ਲਾਈਨ ਅਪ ਕਰਨ ਔਰ ਨਵੇਂ ਸਿਰਿਓਂ ਇਹਨੂੰ ਡਿਵੈਲਪ ਕਰਕੇ। ਔਜਲਾ ਸਾਹਿਬ, ਸਬ ਸਟੇਸ਼ਨ ਦੀ ਜਿਹੜੀ ਮੰਗ ਲਗਾਤਾਰ ਉੱਠਦੀ ਰਹੀ ਕਿਉਂਕਿ OPD ਦੇ ਨਾਲ ਲਗਾਤਾਰ ਹੈਗੀ ਆ, ਕਈ ਵਾਰ ਇਹਦਾ ਵਿਰੋਧ ਵੀ ਹੋਇਆ। ਕਿ ਲੱਗਦਾ ਨਹੀਂ ਕਿ ਜਿਹੜੀ ਤੁਹਾਡੀ ਪਿਛਲੀ ਸਰਕਾਰਾਂ ਸੀਗੀਆਂ ਉੱਤੇ ਵੀ ਕਮੀਆਂ ਰਹੀਆਂ ਕਿ ਇਹਨੂੰ ਆਪਾਂ ਬਾਹਰ ਨਹੀਂ ਲੈ ਕੇ ਜਾ ਸਕੇ? ਭਈ ਉਹ ਕਮੀਆਂ ਤੇ ਰਹੀਆਂ, ਅਸੀਂ ਵੀ ਤੇ ਬਾਹਰ ਹੀ ਆ ਨਾ ਇਸੇ ਕਰਕੇ। ਹੁਣ ਜੋ ਕਮੀਆਂ ਅਸੀਂ ਕੀਤੀਆਂ ਤੇ ਉਹਨਾਂ ਕਮੀਆਂ ਤੇ ਚੱਲਣਾ, ਕਿ ਉਹਦੇ ਵੱਲ ਧਿਆਨ ਦੇਣਾ, ਉਹਨਾਂ ਨੂੰ ਦੂਰ ਕਰਨ। ਬਾਰ-ਬਾਰ ਤੁਸੀਂ ਇਦਾਂ ਕਰੋ ਨਾ, ਤੁਸੀਂ ਦਿਸ਼ਾ ਦੀਆਂ ਮੀਟਿੰਗਾਂ ਦਾ ਰਿਕਾਰਡ ਲੈ ਲਓ, ਅਸੀਂ ਹਰ ਰਿਕਾਰਡ 'ਚ ਰੱਖਿਆ। ਕਿੱਥੇ ਬਿਜਲੀ ਦੀ ਪ੍ਰੋਬਲਮ ਹੈ, ਇਸ ਸਬ ਸਟੇਸ਼ਨ ਨੂੰ ਬਾਹਰ ਕੱਢੋ, ਪਰ ਕੱਢਣਾ ਤੇ ਡਿਪਾਰਟਮੈਂਟ ਨੇ ਆ, ਸਰਕਾਰ ਨੇ, ਜਿਹੜੀ ਬਿਊਰੋਕ੍ਰੇਸੀ ਬੈਠੀ ਆ, ਉਹਨਾਂ ਦਾ ਕੰਮ ਬਣਦਾ ਹੈ ਇਸ ਪ੍ਰੋਜੈਕਟ ਨੂੰ ਅੱਗੇ ਲੈ ਕੇ। ਪੋਲੀਟੀਕਲ ਬੰਦਾ ਤੇ ਗੱਲ ਕਰੂਗਾ, ਪਰ ਜਿਹੜੇ ਕਲਮ ਨੇ, ਕਲਮ ਉਹਨਾਂ ਚੋਂ ਹਾਂ, ਉਹ ਇਹ ਕਹਿ ਸਕਦੇ ਕਿ ਅਸੀਂ ਪ੍ਰੋਜੈਕਟ ਬਣਾ ਕੇ ਦਿੱਤਾ, ਜੇ ਸਰਕਾਰ ਸਾਡੀ ਨੇ ਨਹੀਂ ਕੀਤਾ ਤੇ ਅਸੀਂ ਜ਼ਿੰਮੇਵਾਰ ਹਾਂ। ਸੋ ਇਹਨਾਂ ਚੀਜ਼ਾਂ 'ਤੇ ਕਮੀ ਪੇਸ਼ੀ ਇਹ ਸਿਸਟਮ ਤੋਂ ਰਹੀ ਆ, ਇਹਨੂੰ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਕਿਤੇ ਨਾ ਕਿਤੇ
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਂ ਜਿਹੜੀ ਉਹਦੇ ਵਿੱਚ ਐਡਵਾਂਸਮੈਂਟ ਲਿਆਉਣ ਦੀ ਜਾਂ ਜ਼ਿਆਦਾ ਕਰਨ ਦੀ ਲੋੜ ਹੈ। ਅੱਜ ਕੱਲ ਰਾਤ ਨੂੰ ਜਿਹੜਾ ਹੈਗਾ ਹਰਭਜਨ ਸਿੰਘ ਜੀ ਉਹਦੇ ਇਲਾਕੇ ਦੇ ਵਿੱਚ ਅੱਗ ਲੱਗੀ ਹੈ ਟਰਾਂਸਫਾਰਮਰ ਦੀ, ਅੰਮ੍ਰਿਤਸਰੋਂ ਗੱਡੀਆਂ ਜਾ ਰਹੀਆਂ ਉਹਦੀਆਂ, ਤੇ ਉਹ ਜਾਂਦੇ ਜਾਂਦੇ ਕਿੰਨੇ ਦਰਖਤ ਖਾ ਗਈ ਹੈ, ਕਈ ਚੀਜ਼ਾਂ ਲੈ ਗਈ ਨਾਲ, ਉਹਦੇ ਬਾਰੇ ਕੀ ਕਹੋਗੇ? ਦੇਖੋ ਅਗਨੀ ਦੀ ਵਾਰਦਾਤ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਘਟਨਾਵਾਂ ਵੱਧਦੀਆਂ ਨੇ। ਇਹਦੇ ਵਾਸਤੇ ਸਾਨੂੰ ਸ਼ਹਿਰ ਵੀ ਜਿਹੜਾ ਹੈ ਮਲਟੀ ਸਟੋਰੀ ਬਿਲਡਿੰਗ ਬਣਦੀਆਂ ਨੇ, ਕਸਬਿਆਂ 'ਚ ਵੀ ਬਣ ਰਹੀਆਂ ਨੇ। ਇਹਦੇ ਹਿਸਾਬ ਦੇ ਨਾਲ ਇਹਦਾ ਕੋਈ ਨਵਾਂ ਬਲੂਪ੍ਰਿੰਟ ਤਿਆਰ ਕਰਨਾ ਚਾਹੀਦਾ, ਜਿਹਦੇ ਕਰਕੇ ਗੱਡੀਆਂ ਹਰ ਜਗ੍ਹਾ ਹਰ ਕਸਬਿਆਂ ਦੇ ਵਿੱਚ ਖੜੀਆਂ ਮਿਲਣ। ਓਲਾ ਸਾਹਿਬ ਕੁਲਦੀਪ ਧਾਲੀਵਾਲ ਪ੍ਰੈਸ ਕਾਨਫਰੰਸ ਕਰਦੇ ਆ, ਨਜਾਇਜ਼ ਜਿਹੜੇ ਪੰਚਾਇਤੀ ਜ਼ਮੀਨ ਨਜਾਇਜ਼ ਕਬਜ਼ੇ ਨੂੰ ਲੈ ਕੇ ਸਿੱਧਾ ਦੋਸ਼ ਕਾਂਗਰਸ ਨੂੰ ਦਿੰਦੇ ਕਿ ਕਾਂਗਰਸ ਨੇ ਜਿਹੜੇ ਕਬਜ਼ੇ ਕਰਾਏ। ਉਹ ਤੇ ਆਪ ਕਾਂਗਰਸੀ ਰਹੇ ਆ, ਇਹਦਾ ਮਤਲਬ ਉਹਨਾਂ ਵੀ ਕਰਾਏ। ਇਹੋ ਜਿਹੀਆਂ ਗੱਲਾਂ ਕਰਨ ਦੀ ਬਜਾਏ ਮੇਰਾ ਖਿਆਲ ਹੈ ਦੋਸ਼ ਕਬਜ਼ੇ ਛਡਾਉਂਦੇ ਆ ਜੀ ਅਸੀਂ ਤੇ ਛਡਾਉਣ। ਅਸੀਂ ਤਾਂ ਉਹਨਾਂ ਨੂੰ ਵੈਲਕਮ ਕਿਹਾ, ਅਸੀਂ ਉਹਨਾਂ ਨੂੰ ਕਦੋਂ ਕਹਿੰਦੇ ਨਾ ਛਡਾਓ। ਪਰ ਜਿਹੜੀ ਕਾਂਗਰਸ ਨੇ ਕਬਜ਼ੇ ਕੀਤੇ ਤੇ ਫਿਰ ਧਾਰੀਵਾਲ ਸਾਹਿਬ ਤੇ ਖੁਦ ਕਾਂਗਰਸੀ ਸੀ 4 ਸਾਲ ਪਹਿਲਾਂ। ਭਈ ਤਾੜਨਾ ਕਰਨ ਦੀ ਬਜਾਏ ਮੈਂ ਕਹਿੰਦਾ ਇਹ ਤਾਂ ਪਿੰਡਾਂ ਵਾਲੇ ਇਕੱਲੇ ਜੂ ਛਡਾਉਣ ਡਏ ਆ ਤੇ ਮੋਹਾਲੀ ਦੇ ਆਲੇ ਦੁਆਲੇ ਹੋਊਗਾ। ਮੋਹਾਲੀ 'ਚ ਸਾਰਾ ਕੁਝ ਹੀ ਹੈ ਕਿਉਂਕਿ ਉੱਥੇ ਵੱਡੇ ਮਗਰਮੱਛ ਬੈਠੇ ਨੇ। ਆ ਹੁਣ ਅੱਜ ਜਿਹੜੇ ਜ਼ਮੀਨ ਜਿਹੜੇ ਜੱਟ ਬਾਹਰੇ ਸੀ, ਜਿਹੜੇ ਬੇਜ਼ਮੀਨੇ ਸੀਗੇ, ਕਿੱਲੇ 2-2 ਕਿੱਲੇ, ਉਹੀ ਨਾ ਉਹਨਾਂ ਕੋਲੋਂ ਜ਼ਮੀਨਾਂ ਛਡਾਈਆਂ ਜਾ ਰਹੀਆਂ, ਜਦਕਿ ਮੁਹਾਲੀ 'ਚ 50,000 ਏਕੜ ਜਿਹੜੇ ਹੈਗੇ ਪੋਲੀਟੀਕਲ ਤੇ ਜਿਹੜੇ ਬਿਊਰੋਕ੍ਰੇਸੀ ਵਾਲੇ ਬੰਦਿਆਂ ਕੋਲ ਜਿਹੜੀ ਉਹਨਾਂ ਨੇ ਨਜਾਇਜ਼ ਕਬਜ਼ਾ। ਦੇਖੋ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਕਬਜ਼ਾ ਕਿਸੇ ਦਾ ਵੀ ਹੋਵੇ, ਕਿਸੇ ਤੇ ਵੀ ਹੋਵੇ, ਉਹ ਗਲਤ ਹੈ। ਪਰ ਜੇ ਪਿੰਡ ਚਾਹੁੰਦਾ ਹੈ, ਪਿੰਡ ਦੇ ਲੋਕ, ਪੰਚਾਇਤ ਚਾਹੁੰਦੀ ਵੀ ਇਹਨੂੰ ਅੱਧਾ ਕਿੱਲਾ ਥਾਂ ਦੇ ਦਿਓ ਤੇ ਉਹ ਛੱਡ ਦੇਣਾ ਚਾਹੀਦਾ। ਅਸੀਂ ਇਹ ਗੱਲ ਪਿੰਡ ਦੀ ਪੰਚਾਇਤ ਤੇ ਰੱਖਾਂਗੇ ਕਿ ਧਾਰੀਵਾਲ ਸਾਹਿਬ ਨੂੰ ਇਹਦਾ ਇੱਕ ਦਰਵਾਜ਼ਾ ਖੁੱਲ੍ਹਾ ਰੱਖਣਾ ਚਾਹੀਦਾ। ਆ ਹੁਣ ਇੱਥੇ ਕੋਈ 43 ਲੱਖ ਨੂੰ ਜ਼ਮੀਨ ਇੱਕ ਕੋਈ ਚਲੇਗੀ ਆ, ਉਹਦੀ ਇਨਕੁਆਇਰੀ ਕਰਾਉਣ। ਅਲਫਾ ਸਿਟੀ ਦੀ ਬੈਗ ਤੇ ਕੋਈ 4 ਕਿੱਲੇ ਜ਼ਮੀਨ ਮੈਂ ਵੱਡਾ ਨੇ ਠੇਕੇ ਤੇ ਨਹੀਂ ਜੀ 43 ਲੱਖ ਨੂੰ ਰਜਿਸਟਰੀ ਹੋ ਗਈ ਆ ਮਤਾ ਪਾ ਕੇ। ਪੂਰੀ ਕਮੇਟੀ ਬਣਦੀ, ਕਮੇਟੀ ਜਾਂਚਦੀ ਹੈ, ਪਰਖਦੀ ਹੈ ਪੂਰਾ ਮੁੱਲ। ਉਸ ਤੋਂ ਬਾਅਦ ਨਹੀਂ ਤੁਸੀਂ ਦੋ ਗੱਲਾਂ ਕਰ ਰਹੇ ਜੇ। ਇਹ ਆ ਰਜਿਸਟਰੀ ਵਾਲੀ, ਉਹ ਠੇਕੇ ਵਾਲੀ ਹੋਰ ਚੀਜ਼ ਹੈ। ਉਹ ਕਹਿੰਦੇ ਰਸਤੇ ਦੀ ਜਗ੍ਹਾ ਸੀਗੀ। ਦੇਖੋ ਚਲੋ ਜੇ ਹੈਗੀ ਹੈ ਤੇ ਲੋਕਾਂ ਨੂੰ ਕਲੀਅਰ ਕਰ ਦੇਣ। 43 ਲੱਖ ਨੂੰ ਉੱਥੇ ਰੇਟ ਨਹੀਂ ਹੈਗਾ, ਜੇ ਹੈਗੀ ਆ ਤੇ ਲੋਕਾਂ ਨੂੰ ਕਮੇਟੀ ਬਣਾ ਕੇ ਕਲੀਅਰ ਕਰਨ। ਕਿਉਂਕਿ ਇੱਕ ਬੰਨੇ ਤਾਂ ਆਪਾਂ ਕਹਿ ਰਹੇ ਬਹੁਤ ਚੰਗੇ ਕੰਮ ਕਰ ਰਹੇ, ਇੱਕ ਬੰਨੇ ਆ ਦੋਸ਼ ਜਿਹੜਾ ਇੱਕ ਸੰਯੁਕਤ ਮੋਰਚਾ ਹੈ ਉਹਨਾਂ ਨੇ ਇਹਨਾਂ ਤੇ ਲਾਏ ਨੇ, ਸੋ ਉਹਨੂੰ ਉਹ ਕਲੀਅਰ ਕਰਨ। ਓਲਾ ਸਾਹਿਬ ਕਾਂਗਰਸ ਜਿਹੜੀ ਹੈ ਵਿਰੋਧ ਕਰ ਰਹੀ ਹੈ ਕਿ ਵਾਅਦੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨਹੀਂ ਕਰ ਰਹੀ, ਲੇਕਿਨ ਉਹਨਾਂ ਦੇ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਵਾ ਉਹ ਕਹਿੰਦੇ ਵੀ ਜਿਹੜੀ ਕਾਂਗਰਸ ਖਜ਼ਾਨਾ ਖਾਲੀ ਕਰਕੇ ਗਈ ਹੈ, ਸੋ ਟਾਈਮ ਲੱਗੇਗਾ ਸਾਨੂੰ ਜਿਹੜੇ ਵਾਅਦਿਆਂ ਨੂੰ ਪੂਰੇ ਕਰਨ। ਥੱਲਾ ਹੀ ਨਹੀਂ ਰਹਿਣ ਦਿੱਤਾ ਪਹਿਲੀ ਸਰਕਾਰ। ਪਹਿਲੀ ਗੱਲ ਤੇ ਹੈ ਜਿਹੜੀ ਕਾਂਗਰਸ ਪਾਰਟੀ ਹੈ, ਉਹਨਾਂ ਨੇ ਜਿੰਨਾ ਕੰਮ ਕੀਤੇ ਆ, ਜੋ ਕੁਝ ਕੀਤਾ ਉਹ ਲੋਕਾਂ ਦੇ ਸਾਹਮਣੇ। ਅਸੀਂ ਤੇ ਇਹਨਾਂ ਦੇ ਵਾਅਦੇ ਅਸੀਂ ਤੇ ਨਹੀਂ ਕਹਿੰਦੇ, ਇਹੋ ਕਹਿੰਦੇ ਸੀ ਜੀ ਰਾਤੋਂ ਦਿਨ ਚੜ੍ਹਨ ਦੇਵਾਂਗੇ, ਸਾਰਾ ਕੁਝ ਕਰ ਦਿਆਂਗੇ। ਹੁਣ ਘਬਰਾਹਟ ਕਾਹਦੀ? ਅਸੀਂ ਕਿਹਾ ਸੀ ਵੀ 24 ਘੰਟੇ ਬਰਗਾੜੀ ਇਸ਼ੂ ਹੱਲ ਹੋ ਜਾਊਗਾ, ਇਹਨਾਂ ਕਿਹਾ ਸੀ। ਆਪਣਾ ਕੇਜਰੀਵਾਲ ਸਾਹਿਬ ਕਹਿੰਦੇ 10 ਦਿਨਾਂ ਦੇ ਵਿੱਚ 50,000 ਕਰੋੜ ਰੁਪਈਆ ਰੇਂਜ ਹੋ ਜਾਏਗਾ, ਸਾਰੇ ਪੰਜਾਬ ਨੂੰ 1000 ਰੁਪਈਆ ਵੀ ਮਿਲੇਗਾ। ਅਸੀਂ ਤਾਂ ਕੁਝ ਨਹੀਂ ਕਿਹਾ, ਅਸੀਂ ਤਾਂ ਫਿਰ ਵੀ ਕਿਹਾ ਕਿ ਅਸੀਂ ਤੁਹਾਨੂੰ ਮੌਕਾ ਦਿੰਨੇ ਆ, ਪਰ ਮੌਕਾ ਨਾ ਦੇਣ ਵਾਲਾ ਕੰਮ ਤੇ ਤੁਸੀਂ ਕੀਤਾ, ਅਸੀਂ ਨਹੀਂ ਕੀਤਾ। ਜਿੱਥੋਂ ਤੱਕ ਤੁਸੀਂ ਥੱਲੇ ਦਾ ਸਵਾਲ ਲੈਂਦੇ ਆ, ਸਵਾਲ ਦੀ ਗੱਲ ਕੀਤੀ ਹੈ ਕਿ ਜੇ ਉਹਨਾਂ ਨੂੰ ਪੰਜਾਬ ਦੇ ਦਿੱਤਾ ਕੇਜਰੀਵਾਲ ਸਾਹਿਬ ਨੂੰ, ਤੇ ਉਹ ਖਜ਼ਾਨੇ 'ਚ ਮੂੰਹ ਪਾ ਕੇ ਵੇਖ ਲੈਂਦੇ ਥੱਲਾ ਹੈਗਾ ਹੀ ਨਹੀਂ ਹੈਗਾ। ਉਦੋਂ ਸੁੱਤੇ ਸੀ, ਉਦੋਂ ਦੇ ਬਸ ਝੂਠ ਮਾਰਨ ਦੇ ਲੱਕ ਬੱਧਾ ਸੀ ਕਿ ਮਤਲਬ ਮੈਂ ਕੋਈ ਕਸਰ ਰਹਿ ਨਾ ਜਾਵੇ ਝੂਠ ਦੀ। ਮਤਲਬ ਯੂਨੀਵਰਸਿਟੀ ਬਣੇ ਪਏ ਆ, ਮੋਦੀ ਸਾਹਿਬ ਨੂੰ ਮਾਤ ਪਾਈ ਪਈ ਹੈ, ਕੇਜਰੀਵਾਲ ਸਾਹਿਬ ਨੇ ਝੂਠ ਮਾਰਨਾ। ਕਿਤੇ ਨਾ ਕਿਤੇ ਬਿਜਲੀ ਜਿਹੜੇ ਸਹੂਲੀਅਤ ਦਿੱਤੀ ਹੈ, ਹੁਣ 1 ਕਿਲੋਵਾਟ ਕੰਡੀਸ਼ਨ ਅਪਲਾਈ ਇਹਨਾਂ ਨੇ ਲਿਖਤਾ, ਪਹਿਲੇ ਤੇ ਉਹ ਨਹੀਂ ਬੋਲਿਆ। ਭਾਈ ਕੁਛ ਨਹੀਂ ਇਹਨਾਂ ਤੋਂ ਦੇ ਹੋਣਾ, ਕਿਉਂਕਿ ਇਹਨਾਂ ਨੂੰ ਪੰਜਾਬ ਦੀ ਹਾਲਾਤ ਦਾ ਪਤਾ ਹੀ ਨਹੀਂ ਸੀ। ਝੂਠ ਮਾਰ ਕੇ ਉਹਨਾਂ ਨੇ ਇਲੈਕਸ਼ਨ ਜਿੱਤੀ ਹੈ। ਸੋਸ਼ਲ ਮੀਡੀਆ ਦੇ ਸਿਰ ਤੇ ਵੱਧ ਤੋਂ ਵੱਧ ਰੌਲਾ ਪਾ ਕੇ ਉਹਨਾਂ ਨੇ ਉਹ ਗੱਲਾਂ ਕੀਤੀਆਂ ਨੇ ਜਿਹੜੀਆਂ ਜੈਨੂਇਨ ਤਰੀਕੇ ਨਾਲ ਹੋ ਹੀ ਨਹੀਂ ਸਕਦੇ। ਹੁਣ ਦੇਖੋ ਪੈਸੇ ਹੀ ਨਹੀਂ ਹੈਗੇ ਤੇ ਤੁਸੀਂ ਦਿਓਗੇ ਕਿੱਥੋਂ? ਤੇ ਇਹ ਅਸੀਂ ਪਹਿਲਾਂ ਕਹਿੰਦੇ ਸਾਂ, ਤੁਸੀਂ ਕਹਿੰਦੇ ਖਜ਼ਾਨਾ ਭਰਿਆ ਵਾ। ਇਹ ਝੂਠ ਮਾਰ, ਇਹਨਾਂ ਦਾ ਔਨ ਰਿਕਾਰਡ ਤੁਹਾਡੇ ਮੀਡੀਆ ਉਸ ਤੇ ਉਹਨਾਂ ਨੇ ਕਿਹਾ। ਪਰ ਉਹਲਾ ਸਰ ਰੇਤ ਮਾਫੀਆ ਜਿਹੜਾ ਹੈਗਾ ਹਾਲੇ ਤੱਕ ਜਿਹੜਾ ਠੱਲ ਨਹੀਂ ਪੈ ਰਿਹਾ। ਰੇਤਾਂ ਦੇ ਬਹੁਤ ਰਾਜਨੀਤੀ, ਲੇਕਿਨ ਰੇਤ ਹਾਲੇ ਵੀ ਜਿਹੜੀ ਹੈ ਡਬਲ ਰੇਟ ਤੇ ਹੋ ਗਈ ਹੈ। ਭਾਈ ਗੱਲ ਨਹੀਂ ਸਮਝਦੇ। ਕਾਂਗਰਸ ਵੇਲੇ ਇਹੀ ਗੱਲ ਅਸੀਂ ਕਰਦੇ ਹਾਂ ਕਿ 5.5 ਰੁਪਏ ਰੇਟ ਉੱਤੇ ਹੈਗੀ ਆ। ਸਾਰੇ ਇਹ ਕੈਬਨਿਟ ਵਜ਼ੀਰ ਸਾਨੂੰ ਇਹਨਾਂ ਨੇ ਵੀ, ਬਲੌਰੀਆ ਸਾਹਿਬ ਵੀ, ਸਾਰੇ ਇਕੱਠੇ ਹੋ ਕੇ ਰੌਲਾ ਪਾਉਂਦੇ ਕਿ ਭਾਈ 5.5 ਅਸੀਂ ਦੇ ਰਹੇ ਹਾਂ, ਪਰ ਲੋਕ ਮੰਨਣ ਨੂੰ ਤਿਆਰ ਨਹੀਂ ਸੀ। ਇਹ ਕਹਿੰਦੇ ਮਾਫੀਆ 111 ਦਿਨ ਦਿੱਤੀ, ਇਹ ਹੁਣ ਗਾਹ 111 ਤੋਂ ਸ਼ੁਰੂ ਕਰ ਲੈਂਦੇ। ਇਹ ਨਹੀਂ, ਇਹ ਜੇ 111 ਦਿਨ ਅਸੀਂ ਦਿੱਤੀ ਹੈ ਤੇ ਇਹ ਪਿਛਲੇ ਦਿਨਾਂ ਨਾਲ ਰੇਟ ਕੋ ਲਾਉਂਦੇ 111 ਤੋਂ ਅੱਗੇ ਚੱਲਣਾ ਚਾਹੀਦਾ ਨਾ। ਜਿਹੜੀ ਲਾਗੂ ਹੋਈ ਸੀ ਰੇਟ ਜਿਹੜੀ ਕਾਫੀ ਡਾਊਨ ਜਾਏਗਾ। ਉਹ ਕਹਿ ਰਹੇ ਆ ਨਾ, ਅਸੀਂ ਤਾਂ ਕਹਿ ਰਹੇ ਭਾਈ ਕਰੋ। ਅੱਜ ਰੇਤ ਦੇ ਖੁਣੋ, ਕ੍ਰੈਸ਼ਰ ਦੇ ਖੁਣੋ, ਸਾਰੇ ਪ੍ਰੋਜੈਕਟ ਬੰਦ ਹੋ ਗਏ। ਸਰਕਾਰ ਦੇ ਪ੍ਰੋਜੈਕਟ ਬੰਦ ਹੋਏ ਪਏ, ਪ੍ਰਾਈਵੇਟ ਕੰਪਨੀਆਂ ਭੱਜਣ ਨੂੰ ਫਿਰਦੇ। ਦੇਖੋ ਉਹਨਾਂ ਨੇ ਲੋਨ ਲਏ ਹੁੰਦੇ ਆ, ਕਰਜ਼ੇ ਲੈ ਕੇ ਬਿਲਡਿੰਗਾਂ ਤਿਆਰ ਕਰਦੇ ਆ, ਕੋਈ ਇੰਨੇ ਪੈਸੇ ਨਹੀਂ ਕਿਸੇ ਕੋਲ ਹੁੰਦੇ। ਉਹ ਵਿਚਾਰੇ ਅੱਜ ਕੰਧਾਂ ਨੂੰ ਵੱਜਦੇ ਫਿਰਦੇ ਆ, ਨਾ ਰੇਤ ਲੱਭਦੀ ਨਾ ਬਜਰੀ ਲੱਭਦੀ। ਇਸ ਵੇਲੇ ਮੇਰੀ ਅੱਖੀ ਬਿੱਲ ਜਿੱਦਾਂ ਰੇਤ ਚੱਲਦੀ ਤੇ ਉਹਨੂੰ ਚੱਲਣ ਦਿਓ।
ਘੱਟੋ ਘੱਟ ਲੋਕੀ ਆਪਣਾ ਕਾਰੋਬਾਰ ਤੇ ਕਰਨ। ਰੇਤ ਬੰਦ ਹੋ ਗਈ, ਮਜ਼ਦੂਰ ਦੀ ਦਿਹਾੜੀ ਗਈ, ਉਹਦੇ ਨਾਲ ਘੱਟੋ ਘੱਟ ਇੱਕ ਬਿਲਡਿੰਗ ਦੇ ਨਾਲ 35 ਡਿਪਾਰਟਮੈਂਟ ਹੋਰ ਜੁੜਦੇ ਆ। ਇਲੈਕਟ੍ਰਿਕ ਲਾ ਲਓ, ਕਈ ਤਰ੍ਹਾਂ ਦੇ ਹੋਰ ਸਾਰੇ ਦਾ ਰੁਜ਼ਗਾਰ ਬੰਦ ਹੋ ਰਿਹਾ। ਸਭ ਤੋਂ ਜ਼ਿਆਦਾ ਰੁਜ਼ਗਾਰ ਮਿਲਦਾ ਕੰਸਟਰਕਸ਼ਨ ਤੋਂ, ਛੋਟੀ ਤੋਂ ਲੈ ਕੇ ਵੱਡੀ, ਉਹ ਸਾਰਾ ਹੀ ਬੰਦ ਹੋ ਗਿਆ। ਜੇ ਆਪਾਂ ਰੁਜ਼ਗਾਰ ਹੀ ਬੰਦ ਕਰਤਾ ਸੀ, ਤੁਸੀਂ ਹੁਣ ਫਿਰ ਕੀ ਆਸ ਕਰੋਗੇ ਕਿ ਕਰਿਆਨਾ ਚੱਲੂਗਾ ਜਾਂ ਕੱਪੜੇ ਦਾ ਵਪਾਰ ਚੱਲੂ? ਕਿਸੇ ਦਾ ਵੀ ਨਹੀਂ ਚੱਲਣਾ। ਸੁਨੀਲ ਜਾਖੜ ਜੀ ਜਾਖੜ ਦਾ ਕੀ ਬੜਾ ਦੁੱਖ ਹੈ ਜਿਹੜਾ ਇਸਮਾਨ ਨੇ ਜਿਹੜਾ ਕਿਹਾ ਵੀ ਕਿ ਸਰਕਾਰ ਦੇ ਭਾਪਰ ਉਹਨਾਂ ਨੇ ਆਪਣੇ ਦਾ ਕੁਝ ਨਾ ਬਚਦਾ ਹੈ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਵਾਕਈ ਜੀ ਉਹਨਾਂ ਨੇ ਬਹੁਤ ਕੁਝ ਕਹਿਤਾ, ਭਾਪਰ ਨੂੰ ਬਚਾਤਾ ਤੇ ਦੇਖੋ, ਚੁੱਪ ਵੀ ਨਹੀਂ ਰਹੇ। ਪਰ ਉਹਨਾਂ ਨੇ ਜਾਖੜ ਸਾਹਿਬ ਕਾਂਗਰਸ ਦੇ ਜਿਹੜੇ ਆ ਵੱਡੇ ਚਿਹਰਿਆਂ ਤੇ ਵੀ ਦੋਸ਼ ਲਾਏ ਆ ਕਿ ਗਰਦ ਬਿਆਨ ਕੀਤੇ। ਦੇਖੋ, ਜਾਖੜ ਸਾਹਿਬ ਨੇ ਕੀ ਕਿਹਾ ਕੀ ਨਹੀਂ ਕਿਹਾ ਉਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਹੈਗਾ। ਜਾਖੜ ਸਾਹਿਬ ਸਾਡੇ ਬਹੁਤ ਵਧੀਆ ਬੜੇ ਚੰਗੇ ਲੀਡਰ ਸੀ, ਚੰਗੀ ਵਿਚਾਰਧਾਰਾ ਵਾਲੇ ਲੀਡਰ ਸੀ, ਪਰ ਕਈ ਵਾਰੀ ਸਮੇਂ ਦੇ ਨਾਲ ਸਾਨੂੰ ਆਪਣਾ ਆਪ ਬਦਲਣਾ ਪੈਂਦਾ ਹੈ। ਕਈ ਵਾਰੀ ਸਮੇਂ ਦੀ ਲੋੜ ਬਣ ਜਾਂਦੀ ਹੈ। ਜਾਖੜ ਸਾਹਿਬ ਨੂੰ ਵੀ ਇਹ ਸਮਝਣਾ ਚਾਹੀਦਾ, ਕਿਉਂਕਿ ਸਾਡੇ ਜਿੱਦਾਂ ਕਪਤਾਨ ਸਾਹਿਬ ਨੂੰ ਵਾਰੀ ਕਿਹਾ, ਜਾਖੜ ਸਾਹਿਬ ਨੂੰ ਵੀ ਇਹੀ ਰਿਕੁਐਸਟ ਕਰਦੇ ਆ ਕਿ ਤੁਸੀਂ ਸਾਡੇ ਬਜ਼ੁਰਗ ਜੀ, ਤੁਸੀਂ ਹੁਣ ਜੇ ਫਰਜ਼ ਕਰੋ ਇਹ ਵਾਈਸ ਪ੍ਰਧਾਨ ਬਣੇ, ਇਹਨਾਂ ਨੂੰ ਰਸਤਾ ਦਿਖਾਓ ਭਾਈ, ਕੰਮ ਕਿੱਦਾਂ ਕਰਨਾ। ਗਲੋਰੀਆ ਸਾਹਿਬ ਇੱਧਰ ਆਓ, ਤੁਹਾਨੂੰ ਦੱਸੀਏ, ਸਾਨੂੰ ਦੱਸੋ ਭਾਈ, ਤੁਸੀਂ ਮੈਂਬਰ ਪਾਰਲੀਮੈਂਟ ਆ ਤੇਰੀਆਂ ਕਮੀਆਂ ਨੇ। ਉਹ ਸਾਡੇ ਇਸ ਵੇਲੇ ਟੀਚਰ ਨੇ, ਵੱਡੇ ਅਧਿਆਪਕ ਨੇ। ਮੇਰੀ ਬੇਟੀ ਬੇਨਤੀ ਹੈ ਕਿ ਜਾਖੜ ਸਾਹਿਬ ਮੋਰ ਵਿਚਾਰ ਕਰਨ, ਅਸੀਂ ਸਾਰੇ ਉਹਨਾਂ ਦੇ ਬੱਚੇ ਹਾਂ। ਪਰ ਕਾਂਗਰਸ ਪਾਰਟੀ ਦੇ ਉੱਤੇ ਜਿਹੜਾ ਜਦੋਂ ਮੂਵ ਕਰਦੀ ਹੈ ਨਾ, ਉਹਦੇ ਵਿੱਚ ਬਹੁਤ ਚੇਂਜਿਸ ਕਰਨ ਦੀ ਲੋੜ ਨਹੀਂ। ਹੋ ਸਕਦਾ ਜਿਸ ਜਗ੍ਹਾ ਤੋਂ ਬਹਿ ਕੇ ਹਾਈ ਕਮਾਂਡ ਦੇਖਦੀ ਹੋਵੇ ਉੱਥੇ ਚੇਂਜਿਸ ਦੀ ਲੋੜ ਹੋਵੇ, ਉਹਦਾ ਜਾਖੜ ਸਾਹਿਬ ਜਿਸ ਜਗ੍ਹਾ ਤੋਂ ਬਹਿ ਕੇ ਵੇਖਣ ਦੇ ਹੋਣ, ਉਹਨਾਂ ਨੂੰ ਲੱਗਦਾ ਹੋਵੇ ਚੇਂਜਿਸ ਦੀ ਲੋੜ ਨਹੀਂ। ਸੋ ਇਸ ਕਰਕੇ ਇਹਨਾਂ ਦੀ ਇਹਦੇ ਵਾਸਤੇ ਮੈਂ ਇਹੀ ਕਹੂੰਗਾ ਕਿ ਕਾਂਗਰਸ ਪਾਰਟੀ ਦੇ ਵਰਕਰ ਨੂੰ, ਉਹਨਾਂ ਦੇ ਬੱਚਿਆਂ ਵਰਗੇ ਲੀਡਰ ਸਾਹਿਬਾਨ ਜਿਹੜੇ ਸਾਰੇ ਗਾਂਹ ਵੱਧ ਰਹੇ ਆ, ਜਾਖੜ ਸਾਹਿਬ ਅਜੇ ਵੀ ਮੁੜ ਵਿਚਾਰ ਕਰ ਰਹੇ। ਗੱਲਬਾਤ ਕੀਤੀ ਜਾਊਗੀ। ਦੇਖੋ, ਅਸੀਂ ਰਿਕੁਐਸਟ ਕਰ ਸਕਦੇ, ਅਸੀਂ ਛੋਟੇ ਹਾਂ, ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ। ਡਾਕਟਰ ਅਜਮਾਨ ਨੇ ਰਾਹੁਲ ਗਾਂਧੀ ਨੂੰ ਦਿੱਲੀ ਦਿੱਤੀ ਹੈ ਕਿ ਕੈਪਟਨ ਬਣਾਇਆ ਜਾਵੇ, ਤੇ ਸਿੱਧੂ ਸਾਹਿਬ ਨੇ ਵੀ ਟਵੀਟ ਕੀਤਾ ਵੀ ਉਹ ਸੋਨੇ ਦੇ ਗਹਿਣੇ ਵਰਗੇ ਨੂੰ ਬਤਾ ਰਹੇ। ਦੇਖੋ, ਮੈਂ ਸਿੱਧੂ ਸਾਹਿਬ ਦੀ ਟਵੀਟ ਦੀ ਗੱਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸ਼ੁਰੂਆਤ ਹੀ ਉਸ ਦਿਨ ਹੋਈ ਸੀ ਜਦੋਂ ਸਿੱਧੂ ਸਾਹਿਬ ਨੇ ਕਿਹਾ ਸੀ ਹਿੰਦੂ ਨਹੀਂ ਬਣਨਾ ਜਿਹੜਾ। ਜਾਖੜ ਸਾਹਿਬ ਉਸੇ ਗੱਲ ਦੇ ਦੱਸੇ ਨੇ। ਹੁਣ ਇਹ ਕਹੀਏ ਕਿ ਮੁਸ਼ਕਲ ਇਸ ਗੱਲ ਦੀ ਆਉਂਦੀ ਹੈ ਵੀ ਇਹੋ ਗੱਲਾਂ ਸ਼ੁਰੂਆਤ ਕਰਨ ਤੋਂ ਆਪਾਂ ਨੂੰ ਪਹਿਲਾਂ ਹੀ ਸੋਚ ਲੈਣਾ ਚਾਹੀਦਾ, ਕਿਉਂਕਿ ਇਹਦਾ ਖਿਆਲਾ ਮਾੜਾ ਹੋ ਸਕਦਾ। ਜੋ ਨਹੀਂ ਬਣੇ ਜਾਂ ਜਿੱਦਾਂ ਜਾਂ ਜੋ ਵੀ ਹੋਣਾ ਸੀ, ਜੋ ਮਾਹੌਲ ਬਣਿਆ ਸੀ। ਸੋਨੀ ਤੇ ਵੀ ਆਰੋਪ ਲਾਏ ਕਿ ਉਹਨਾਂ ਨੇ ਹਿੰਦੂ ਸਿੱਖ ਦੇ ਵਿੱਚ ਜਿਹੜੇ ਆ ਦਰਾਰ ਪੈਦਾ ਕੀਤੀ ਹੈ। ਦੇਖੋ, ਉਹਨਾਂ ਨੇ ਕੋਈ ਇਹੋ ਜਿਹੀ ਦਰਾਰ ਸਾਡੇ ਨਾਲ ਹਿੰਦੂ 'ਚ ਹੈ ਨਾ ਸਿੱਖਾਂ 'ਚ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਜਾਖੜ ਸਾਹਿਬ ਦਾ ਦਿਲ ਜ਼ਰੂਰ ਚੁੱਕਿਆ ਹੋਊਗਾ, ਪਰ ਅਸੀਂ ਉਹਨਾਂ ਨੂੰ ਕਵਾਂਗੇ ਸਾਡੀ ਖਾਤਰ, ਸਾਡੇ ਸਾਰੇ ਵਰਕਰਾਂ ਦੀ ਖਾਤਰ ਤੁਸੀਂ ਦੁਬਾਰਾ ਸੋਚੋ ਜਾਖੜ ਸਾਹਿਬ, ਅਸੀਂ ਸਾਰੇ ਤੁਹਾਡੇ ਬੱਚੇ। ਤੁਹਾਨੂੰ ਦੱਸ ਦਈਏ ਇੱਥੇ ਇੱਕ ਭੀਸ਼ਣ ਅੱਗਜਣੀ ਦੀ ਘਟਨਾ ਹੋਈ ਹੈ। ਸਿਰਫ ਗਨੀਮਤ ਇਹੀ ਕਹੀ ਜਾ ਸਕਦੀ ਹੈ ਵੀ ਇਸ ਅੱਗਜਣੀ ਵਿੱਚ ਕਿਸੇ ਦੀ ਜਾਨ ਨਹੀਂ ਗਈ। ਤੁਹਾਨੂੰ ਦਿਖਾਉਣਾ ਚਾਹਾਂਗਾ ਟਰਾਂਸਫਾਰਮਰ ਜਿਹੜੇ ਲੱਗੇ ਹੋਏ ਨੇ, ਤਕਨੀਕੀ ਖਰਾਬੀ ਕਰਕੇ ਇਸ ਵਿੱਚ ਅੱਗ ਲੱਗ ਜਾਂਦੀ ਹੈ, ਕਿਉਂਕਿ ਇਸ ਵਿੱਚ ਤੇਲ ਹੁੰਦਾ ਹੈ ਜਿਸ ਨੇ ਅੱਗ ਫੜ ਲਈ ਸੀ। ਔਰ ਕਾਫੀ ਮੁਸ਼ੱਕਤ ਤੋਂ ਬਾਅਦ ਕਰੀਬ 2 ਤੋਂ 2.5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਸ ਅੱਗ ਤੇ ਕਾਬੂ ਪਾਇਆ। ਤਾਂ ਅੱਜ ਜਦੋਂ ਹੀ ਇੰਦਰਬੀਰ ਸਿੰਘ ਬੁਲਾਰੀ ਨੂੰ ਪਤਾ ਲੱਗਦਾ ਤਾਂ ਉਹ ਇੱਥੇ ਮੌਕੇ ਤੇ ਪਹੁੰਚਦੇ ਨੇ ਜਾਇਜ਼ਾ ਲੈਣ ਵਾਸਤੇ, ਔਰ ਕੁਝ ਸਿਆਸੀ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ। ਔਰ ਉਹਨਾਂ ਨੇ ਆਖਿਆ ਵੀ 50 ਦਿਨ ਦੀ ਹਜੇ ਸਰਕਾਰ ਹੋਈ ਹੈ, ਜੇ 100 ਦਿਨ ਦੀ ਸਰਕਾਰ ਜਿਹੜੀ ਉਹ ਹੋ ਜਾਵੇ ਤਾਂ ਕੁਝ ਸਵਾਲ ਜਿਹੜੇ ਨੇ ਉਹ ਕਾਂਗਰਸ ਵੱਲੋਂ ਜ਼ਰੂਰ ਕੀਤੇ ਜਾਣਗੇ। ਪਰ ਫਿਲਹਾਲ ਹਜੇ ਤੱਕਨ ਸ਼ੇਖ ਚਿੱਲੀ ਦੇ ਹੀ ਵਾਅਦੇ ਨਜ਼ਰ ਆ ਰਹੇ ਨੇ, ਕਿਉਂਕਿ 50 ਦਿਨਾਂ ਵਿੱਚ ਆਮ ਆਦਮੀ ਪਾਰਟੀ ਨੇ ਹਜੇ ਤੱਕਨ ਕੁਝ ਵੀ ਖਾਸ ਜਿਹੜਾ ਉਹ ਨਹੀਂ ਕੀਤਾ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਭਾਰਤ ਦੇ ਨੰਬਰ 1 ਤਾਂਤਰਿਕ ਗੁਰੂ ਸ਼ਾਂਜੀ ਬੰਗਾਲੀ 골ਡ ਮੈਡਲਿਸਟ 64 ਸ਼ਕਤੀਆਂ ਦੇ ਮਾਹਿਰ ਬੰਗਾਲ ਤੋਂ ਸਿੱਧੀ ਪ੍ਰਾਪਤ। ਹਰ ਜਗ੍ਹਾ ਤੋਂ ਨਿਰਾਸ਼ ਤੇ ਮਾਯੂਸ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ। ਹਰ ਸਮੱਸਿਆ ਦਾ ਹੱਲ ਘਰ ਬੈਠੇ ਫੋਨ ਤੇ। ਮਾਈ ਪ੍ਰੋਮਿਸ 100% ਰਿਜ਼ਲਟ। ਲਵ ਮੈਰਿਜ, ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਚ ਕਲੇਸ਼, ਕੀਤਾ ਕਰਾਇਆ ਵਿਦੇਸ਼ ਯਾਤਰਾ, ਨੌਕਰੀ ਕਾਰੋਬਾਰ ਚ ਪਰੇਸ਼ਾਨੀ, ਕੋਰਟ ਕੇਸ, ਰੁੱਸੇ ਨੂੰ ਮਨਾਉਣਾ ਹੋਵੇ ਤਾਂ ਹੁਣੇ ਫੋਨ ਕਮਾਓ। 101% ਪੱਕਾ ਸਮਾਧਾਨ ਪਾਓ। ਮਾਂ ਵਸ਼ੀਕਰਨ ਤੇ ਮਾਂ ਮੁਟਕਰਨ ਦੇ ਸੁਪਰ ਸਪੈਸ਼ਲਿਸਟ ਗੁਰੂ ਸ਼ਾਂਜੀ ਬੰਗਾਲੀ 9958635478।